ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਸੁਖਨ ਸਨੇਹੀ ਭਾਗ 12ਵਾਂ ਅਨੁਭਵ। ਕੋਈ ਵੀ ਵਿਅਕਤੀ ਆਪਣੇ ਅਨੁਭਵ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦਾ। ਜਦੋਂ ਅਸੀਂ ਲੰਬੇ ਸਫ਼ਰ 'ਤੇ ਨਿਕਲਦੇ ਹਾਂ ਤਾਂ ਨਜ਼ਾਰੇ ਆਮ ਕਰਕੇ ਪੁਰਾਣੇ ਹੀ ਹੁੰਦੇ ਹਨ, ਪਰ ਅਸੀਂ ਪੁਰਾਣੇ ਨਜ਼ਾਰਿਆਂ ਨੂੰ ਨਵੀਆਂ ਅੱਖਾਂ ਨਾਲ ਵੇਖਦੇ ਹਾਂ। ਇਸੇ ਲਈ ਉਹ ਮਾਣਨਯੋਗ ਹੋ ਨਿਬੜਦੇ ਹਨ। ਜਦੋਂ ਕੋਈ ਉਹ ਮਿਲ ਪਵੇ ਜਿਹੜਾ ਸਾਨੂੰ ਪਿਆਰਾ ਲੱਗੇ ਅਤੇ ਜਿਹੜਾ ਸਾਨੂੰ ਪਿਆਰ ਵੀ ਕਰਦਾ ਹੋਵੇ, ਉਸੇ ਪਲ ਵਾਤਾਵਰਨ ਰਮਣੀਕ, ਤਿਉਹਾਰ ਅਤੇ ਛੁੱਟੀ ਵਾਲਾ ਬਣ ਜਾਂਦਾ ਹੈ। ਜੋ ਕੁਝ ਵੀ ਅਸੀਂ ਦਿਲ ਦੀ ਬੋਲੀ ਵਿੱਚ ਬੋਲਦੇ ਹਾਂ, ਉਸ ਵਿੱਚ ਸਾਡੀ ਜਨਮ ਭੂਮੀ ਦੀ ਤਾਸੀਰ ਅਤੇ ਸਾਡੇ ਇਤਿਹਾਸ ਸੱਭਿਆਚਾਰ ਦਾ ਰੰਗ ਹੁੰਦਾ ਹੈ। ਮਨੁੱਖ ਕਿਧਰੇ ਵੀ ਵਸੇ, ਉਸ ਨੂੰ ਰੂਹਾਨੀ ਕੱਦ ਉਸ ਦੇ ਕਰਮਾਂ 'ਤੇ ਨਿਰਭਰ ਕਰਦਾ ਹੈ, ਜਦੋਂ ਕਿ ਉਸ ਦਾ ਜਿਸਮਾਨੀ ਕੱਦ ਉਸ ਦਾ ਉੱਥੋਂ ਦਾ ਪੌਣ ਪਾਣੀ ਨਿਰਧਾਰਿਤ ਕਰਦਾ ਹੈ। ਵੇਖਿਆ ਗਿਆ ਹੈ ਕਿ ਜਦੋਂ ਮਨੁੱਖ ਭੋਜਨ ਦੀ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ ਤਾਂ ਉਹ ਸਵੈਮਾਨ ਅਤੇ ਅਣਖ ਲਈ ਲੜਦਾ ਹੈ। ਉਸ ਦੀ ਨਜ਼ਰ ਸਰੀਰ ਤੋਂ ਉੱਠ ਕੇ ਮਨ ਅਤੇ ਰੂਹ ਉੱਤੇ ਟਿਕ ਜਾਂਦੀ ਹੈ। ਅਜਿਹੀ ਅਵਸਥਾ ਵਿੱਚ ਸਾਦੇ ਜਿਹੇ ਵਾਕ ਸਿਰਜਣਾਤਮਕ ਅਤੇ ਗੰਭੀਰ ਆਤਮਾ ਦੀ ਥਰਥਰਾਹਟ ਨਾਲ ਕਿਰਪਤਾ ਬਣ ਜਾਂਦੇ ਹਨ। ਜੀਵਨ ਕਦੀ ਵੀ ਸਿੱਧੀ ਰੇਖਾ ਵਿੱਚ ਨਹੀਂ ਵਿਕਸਦਾ। ਇਸ ਦੇ ਰਾਹ ਉੱਤੇ ਜਿਤਨੇ ਵਧੇਰੇ ਮੋੜ ਆਉਂਦੇ ਹਨ, ਉਤਨੀ ਹੀ ਇਸ ਦੇ ਨੈਣ ਨਕਸ਼ਾਂ ਵਿੱਚ ਰੌਣਕ ਵੱਧਦੀ ਹੈ। ਜੀਵਨ ਵਿੱਚ ਕੰਮਾਂ ਅਤੇ ਰੁਝੇਵਿਆਂ ਦਾ ਜਿਤਨਾ ਦਬਾਅ ਅਤੇ ਬੋਝ ਵੱਧਦਾ ਹੈ, ਉਤਨਾ ਹੀ ਇਸ ਦਾ ਵਧੇਰੇ ਵਿਕਾਸ ਹੁੰਦਾ ਹੈ। ਇਤਿਹਾਸ ਅਤੇ ਪੌਣ ਪਾਣੀ ਨੇ ਸਾਨੂੰ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੂੰ ਧੀਮੇ ਬੋਲ ਵਾਲੀ ਕੌਮ ਨਹੀਂ ਬਣਨ ਦਿੱਤਾ। ਅਸੀਂ ਪਿਆਰ ਮੁਹੱਬਤ ਦੀਆਂ ਗੱਲਾਂ ਵੀ ਉੱਚੀ ਸੁਰ ਵਿੱਚ ਕਰਦੇ ਹਾਂ। ਸਾਡੇ ਸਾਜ਼ ਖੜਕਦੇ ਹਨ, ਸਾਡੇ ਨਾਚ ਤਿੱਖੇ ਹਨ, ਸਾਡੇ ਸਾਹਿਤ ਦਾ ਮੁਹਾਵਰਾ ਸਿੱਧਾ ਹੈ, ਸਾਡੀ ਫਿਰਤੀ ਸਰਲ ਹੈ। ਇਤਿਹਾਸ ਨੇ ਸਾਨੂੰ ਟਿਕ ਕੇ ਬਹਿਣ ਨਹੀਂ ਦਿੱਤਾ। ਇਸੇ ਲਈ ਆਪਣੇ ਆਪ ਨੂੰ ਪ੍ਰਗਟਾਉਣ ਲਈ ਅਸੀਂ ਦਰਿਆਵਾਂ ਦਾ ਹਵਾਲਾ ਦਿੰਦੇ ਹਾਂ। ਅਸੀਂ ਲੰਮੇ ਸਫ਼ਰ 'ਤੇ ਨਿਕਲੇ ਯਾਤਰੀ ਹਾਂ। ਵਿਕਾਸ, ਬਦਲਾਓ ਅਤੇ ਪਰਿਵਰਤਨ ਸਾਡੀ ਪਹਿਚਾਣ ਹਨ, ਪਰ ਸਾਡੀਆਂ ਜੜ੍ਹਾਂ ਪਰੰਪਰਾ ਵਿੱਚ ਡੂੰਘੀਆਂ ਧਸੀਆਂ ਹੋਈਆਂ ਹਨ। ਸਾਡੀ ਹੋਂਦ ਸਮੁੱਚੀ ਮਾਨਵ ਜਾਤੀ ਦੇ ਅਧੀਨ ਦਾ ਇੱਕ ਕਾਂਡ ਹੈ। ਅਸੀਂ ਡਿੱਗ ਡਿੱਗ ਕੇ ਉੱਭਰਦੇ ਰਹੇ, ਉੱਭਰ ਕੇ ਡਿੱਗਦੇ ਰਹੇ। ਅਸੀਂ ਕਦੀ ਪਰਛਾਵਾਂ ਬਣੇ ਅਤੇ ਕਦੀ ਰੌਸ਼ਨੀ ਦਾ ਮੀਨਾਰ। ਨਿਰੰਤਰ ਵਹਿੰਦੇ ਰਹਿਣਾ ਸਾਡਾ ਚਾਅ ਰਿਹਾ ਹੈ। ਮਨੁੱਖ ਇੱਕੋ ਵੇਲੇ ਟਿਕਾਊ ਲਈ ਵੀ ਤਾਂਘਦਾ ਹੈ ਅਤੇ ਪਰਿਵਰਤਨ ਵੀ ਚਾਹੁੰਦਾ ਹੈ। ਅਸੀਂ ਆਪਣੀ ਪਹਿਚਾਣ ਆਪਣੇ ਨਾਂ, ਇਲਾਕੇ, ਬੋਲੀ, ਸੰਗੀਤ, ਸਾਹਿਤ ਆਦਿ ਰਾਹੀਂ ਵੀ ਕਰਵਾਉਣੀ ਚਾਹੁੰਦੇ ਹਾਂ, ਪਰ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਸਾਡੀ ਪਹਿਚਾਣ ਇਹਨਾਂ ਦੇ ਸਮੁੱਚੇ ਜੋੜ ਨਾਲੋਂ ਵੱਡੀ ਸਵੀਕਾਰ ਕੀਤੀ ਜਾਵੇ। ਯਹੂਦੀਆਂ ਨੂੰ ਸਾਰੀ ਦੁਨੀਆ ਵਿੱਚ ਖਿੰਡਾ ਦਿੱਤਾ ਗਿਆ ਸੀ, ਪਰ ਮਾਤਰ ਭੂਮੀ ਦੇ ਸੁਪਨੇ ਨੇ ਉਹਨਾਂ ਨੂੰ ਮਿਟਣ ਨਹੀਂ ਦਿੱਤਾ। ਵਾਸਤਵਿਕਤਾ ਉਹਨਾਂ ਦੇ ਵਿਰੁੱਧ ਸੀ, ਸੁਪਨਾ ਉਹਨਾਂ ਦੇ ਪੱਖ ਵਿੱਚ ਸੀ। ਕਈ ਦਰਿਆ ਧਰਤੀ ਉੱਤੇ ਵਗਦੇ ਹਨ ਅਤੇ ਕਈ ਮਾਰੂਥਲਾਂ ਨੇ ਧੁਰ ਥੱਲੇ ਵਹਿੰਦੇ ਹਨ, ਅਤੇ ਕਈ ਮਨੁੱਖ ਦੀ ਕਲਪਨਾ ਵਿੱਚ ਵਗਦੇ ਹਨ। ਕਈ ਵਾਰੀ ਸਾਰਾ ਜ਼ਮਾਨਾ ਸਾਡੇ ਵਿਰੁੱਧ ਹੁੰਦਾ ਰਹਿੰਦਾ ਹੈ, ਕੇਵਲ ਆਪਣਾ ਮਨ ਹੀ ਸਾਡੇ ਆਪਣੇ ਪੱਖ ਵਿੱਚ ਹੁੰਦਾ ਹੈ।
ਟਿਕਾਊ ਜੀਵਨ ਦੀ ਬੁਨਿਆਦੀ ਅਭਿਲਾਸ਼ਾ ਹੈ, ਪਰ ਟਿਕਾਊ ਜੀਵਨ ਨਹੀਂ ਹੁੰਦਾ। ਜਨਮ ਤੋਂ ਹੀ ਬੱਚਾ ਹਰ ਪਲ ਵਿਕਸਿਤ ਹੁੰਦਾ ਹੈ। ਉਦੇਸ਼ ਟਿਕਾਊ ਹੀ ਹੁੰਦਾ ਹੈ, ਪਰ ਯਤਨ ਵਿੱਚ ਤਬਦੀਲੀ ਕੇਂਦਰੀ ਨੁਕਤਾ ਹੁੰਦੀ ਹੈ। ਬੇੜੀ ਦਾ ਉਦੇਸ਼ ਸਾਹਿਲ 'ਤੇ ਟਿਕਣਾ ਹੁੰਦਾ ਹੈ, ਪਰ ਹਰੇਕ ਬੇੜੀ ਬਣਾਈ ਸਮੁੰਦਰ ਵਾਸਤੇ ਹੀ ਜਾਂਦੀ ਹੈ। ਕੋਈ ਵੀ ਇੱਕ ਸਥਿਤੀ ਮਨੁੱਖ ਨੂੰ ਲੰਬਾ ਅਰਸਾ ਪ੍ਰਭਾਵਿਤ ਨਹੀਂ ਕਰਦੀ। ਉਹ ਪਰਿਵਰਤਨ, ਵਿਕਾਸ, ਤਬਦੀਲੀ ਲਈ ਉਦੋਂ ਸਭ ਤੋਂ ਵੱਧ ਤਾਂਘਦਾ ਹੈ ਜਦੋਂ ਉਸ ਦੇ ਆਲੇ ਦੁਆਲੇ ਵਿੱਚ ਖੜੋਤ ਹੋਵੇ। ਅਮਨ ਦਾ ਅਕਾਇਆ ਅਤੇ ਸਤਾਇਆ ਉਹ ਹਥਿਆਰ ਲਚਕਾਉਂਦਾ ਹੈ। ਹਥਿਆਰਾਂ ਦਾ ਝੰਬਿਆ ਉਹ ਅਮਨ ਲਈ ਤਾਂਘਦਾ ਹੈ। ਮਨ ਦੇ ਖਾਲੀਪਣ ਨੂੰ ਭਰਨ ਲਈ ਉਹ ਵਸਤਾਂ ਇਕੱਠੀਆਂ ਕਰਦਾ ਹੈ, ਪਰ ਵਸਤਾਂ ਤੋਂ ਉਪਜੀ ਉਪਰਾਮਤਾ ਨਾਲ ਉਹ ਮਨ ਦੇ ਮੁਹੱਲਿਆਂ ਵਿੱਚ ਗਵਾਚੇ ਚੈਨ ਨੂੰ ਵੀ ਤਲਾਸ਼ਦਾ ਹੈ। ਬੜੇ ਅਰਸੇ ਮਗਰੋਂ ਉਸ ਨੂੰ ਸਮਝ ਆਉਂਦੀ ਹੈ ਕਿ ਸੁੱਖ ਵਸਤੂਆਂ ਵਿੱਚ ਨਹੀਂ, ਮਨੁੱਖ ਦੀ ਸੋਚਣੀ ਵਿੱਚ ਹੁੰਦਾ ਹੈ। ਸਦਾ ਤਾਂਘਵਾਨ ਰਹਿਣਾ ਮਨੁੱਖ ਦੀ ਆਦਤ ਹੈ। ਹਵਾ ਅਤੇ ਪਾਣੀ ਜਿਉਂਦੇ ਰਹਿਣ ਲਈ ਲਾਜ਼ਮੀ ਹਨ। ਜਦੋਂ ਮਨੁੱਖ ਹਵਾ ਅਤੇ ਪਾਣੀ ਦੇ ਪੱਖੋਂ ਸੁਰਖੇਰੂ ਹੋ ਜਾਵੇ ਤਾਂ ਉਹ ਭੋਜਨ ਲਈ ਤਾਂਘਦਾ ਹੈ। ਜਦੋਂ ਭੋਜਨ ਨਿਰਧਾਰਿਤ ਹੋ ਜਾਵੇ ਤਾਂ ਮਨੁੱਖ ਸਿਰ ਉੱਤੇ ਛੱਤ ਲਈ ਯਤਨ ਕਰਦਾ ਹੈ। ਛੱਤ ਪ੍ਰਾਪਤ ਕਰਕੇ ਉਹ ਦੀਵਾਰਾਂ ਅੰਦਰਲੀ ਖਾਲੀ ਥਾਂ ਨੂੰ ਭਰਨ ਲੱਗ ਜਾਂਦਾ ਹੈ ਅਤੇ ਆਪਣੇ ਦੁਸ਼ਮਣਾਂ, ਚੋਰਾਂ ਆਦਿ ਤੋਂ ਆਪਣੀ ਰੱਖਿਆ ਕਰਦਾ ਹੈ। ਜਦੋਂ ਮਨੁੱਖ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਣ ਤਾਂ ਉਹ ਮਾਣ ਸਤਿਕਾਰ ਪ੍ਰਾਪਤ ਕਰਨ, ਪਤਵੰਤਾ ਅਖਵਾਉਣ ਦੇ ਯਤਨਾਂ ਵਿੱਚ ਰੁੱਝ ਜਾਂਦਾ ਹੈ। ਉਹ ਕਿਸੇ ਵੀ ਸਥਿਤੀ ਵਿੱਚ ਹੋਵੇ, ਉਸ ਤੋਂ ਅਗਲੇਰੀ ਉਚਾਰੀ ਸਥਿਤੀ ਉਸ ਤੋਂ ਸੈਨਤਾ ਕਰਦੀ ਹੈ, ਉਸ ਨੂੰ ਸੈਨਤਾ ਕਰਦੀ ਹੈ ਅਤੇ ਉਹ ਨਵੇਂ ਖੇਤਰਾਂ ਵੱਲ ਵੱਧਦਾ ਹੈ ਅਤੇ ਨਵੇਂ ਸੰਬੰਧਾਂ ਵਿੱਚ ਪ੍ਰਵੇਸ਼ ਕਰਦਾ ਹੈ। ਕਿਸੇ ਟੋਲੇ, ਸਮੂਹ, ਜਥੇ, ਪਾਰਟੀ ਆਦਿ ਦਾ ਆਗੂ ਬਣਨਾ ਉਸ ਦੀ ਸਮਾਜਿਕ ਲੋੜ ਬਣ ਜਾਂਦੀ ਹੈ ਅਤੇ ਪ੍ਰਸ਼ੰਸਾ, ਸਨਮਾਨ ਅਤੇ ਮਾਨਤਾ ਉਸ ਦੀਆਂ ਭਾਵਨਾਤਮਕ ਲੋੜਾਂ ਬਣ ਜਾਂਦੀਆਂ ਹਨ। ਮਨੁੱਖ ਭਾਵੇਂ ਕਿਤਨਾ ਕੁਝ ਪ੍ਰਾਪਤ ਕਰ ਲਵੇ, ਉਹ ਸੰਤੁਸ਼ਟ ਨਹੀਂ ਹੁੰਦਾ। ਜਦੋਂ ਵਸਤਾਂ ਅਤੇ ਕਮਾਈਆਂ ਨਾਲ ਵੀ ਉਹ ਨਹੀਂ ਪਰਚਦਾ ਤਾਂ ਉਹ ਉਮਰ ਦੇ ਉਸ ਪੜਾਅ 'ਤੇ ਪਹੁੰਚ ਚੁੱਕਾ ਹੁੰਦਾ ਹੈ ਜਦੋਂ ਉਸ ਵਿੱਚ ਅਸੰਤੁਸ਼ਟਤਾ ਦਾ ਭੇਤ ਜਾਣਨ ਦੀ ਦਰਸ਼ਨਕ ਇੱਛਾ ਜਾਗਦੀ ਹੈ। ਜਿਨ੍ਹਾਂ ਦੀ ਸੋਚ ਵਿੱਚ ਗਿਆਨ ਦਾ ਸੰਕਲਪ ਕੇਵਲ ਕਮਾਈ ਨਾਲ ਬੱਝਾ ਹੋਇਆ ਹੈ, ਉਹ ਸੱਚੇ ਗਿਆਨ ਦੇ ਸਨਮੁਖ ਨਹੀਂ ਹੁੰਦੇ। ਉਹ ਸੱਚ ਨਹੀਂ ਬੋਲਦੇ। ਸੱਚ ਬੋਲਣ ਦਾ ਭਾਵੇਂ ਕੋਈ ਉਦੇਸ਼ ਨਾ ਹੋਵੇ, ਪਰ ਝੂਠ ਬਿਨਾਂ ਮਕਸਦ ਤੋਂ ਕਦੇ ਵੀ ਕਿਧਰੇ ਵੀ ਬੋਲਿਆ ਹੀ ਨਹੀਂ ਜਾ ਸਕਦਾ। ਗਿਆਨ ਦੀ ਯਾਤਰਾ ਸ਼ੁਰੂ ਹੀ ਖੱਟੀਆਂ ਕਮਾਈਆਂ ਦੇ ਚੱਕਰ ਤੋਂ ਬਾਹਰ ਨਿਕਲਣ ਨਾਲ ਸੰਭਵ ਹੁੰਦੀ ਹੈ। ਜੀਵਨ ਦੀ ਕਾਰੋਬਾਰੀ ਭਾਸ਼ਾ ਵਿੱਚ ਆਨੰਦ ਦਾ ਕੋਈ ਸੰਕਲਪ ਨਹੀਂ। ਗਿਆਨ ਪ੍ਰਾਪਤੀ ਦੀ ਇੱਛਾ ਤਾਂ ਸਭ ਵਿੱਚ ਹੁੰਦੀ ਹੈ, ਪਰ ਇਸ ਅਨੁਭਵ ਦੀ ਪੀੜ ਹੰਢਾਉਣ ਦਾ ਸਿਦਕ ਸਭ ਵਿੱਚ ਨਹੀਂ ਹੁੰਦਾ। ਅਸੀਂ ਉਤਨਾ ਚਿਰ ਹੀ ਪ੍ਰਸੰਨ ਰਹਿ ਸਕਦੇ ਹਾਂ ਜਦੋਂ ਤੱਕ ਅਸੀਂ ਸੋਚਦੇ ਨਹੀਂ। ਸੋਚਣ ਨਾਲ ਦਰਦ ਵੱਧਦਾ ਹੈ। ਇਸ ਦਰਦ ਨੂੰ ਹੰਢਾਉਣ ਦਾ ਹਰ ਕਿਸੇ ਵਿੱਚ ਸਲੀਕਾ ਨਹੀਂ ਹੁੰਦਾ। ਸੋਚਣਾ ਇੱਕ ਜ਼ਿੰਮੇਵਾਰੀ ਹੈ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਸਥਿਰਤਾ ਸੰਭਵ ਨਹੀਂ ਹੁੰਦੀ। ਜੇਕਰ ਮਨੁੱਖ ਸੋਚਦਾ ਨਹੀਂ ਤਾਂ ਉਹ ਸਾਰੀ ਉਮਰ ਕਬਾੜੀ ਬਣਿਆ ਰਹੇਗਾ। ਉਸ ਵਿੱਚ ਲੰਮੇ ਦਰਿਆਵਾਂ ਅਤੇ ਉੱਚੇ ਪਹਾੜਾਂ ਨਾਲ ਰਿਸ਼ਤੇ ਨਿਭਾਉਣ ਦੀ ਯੋਗਤਾ ਨਹੀਂ ਉਸਰੇਗੀ। ਉਂਝ ਤਾਂ ਹਰ ਮਨੁੱਖ ਦੂਜਿਆਂ ਦੀ ਪ੍ਰਧਾਨਗੀ ਦਾ ਅਭਿਲਾਸ਼ੀ ਹੁੰਦਾ ਹੈ ਅਤੇ ਦੂਜਿਆਂ ਦਾ ਸਿਰ ਆਪਣੀ ਹੋਂਦ ਦੇ ਹੁੰਗਾਰੇ ਵਿੱਚ ਹਿੱਲਦਾ ਵੇਖਣਾ ਚਾਹੁੰਦਾ ਹੈ,
ਪਰ ਸੰਤੁਸ਼ਟ ਉਹ ਉਸੇ ਪ੍ਰਵਾਨਗੀ ਨਾਲ ਹੋਵੇਗਾ ਜਿਹੜੀ ਉਸ ਦੇ ਅੰਦਰੋਂ ਉੱਭਰੇਗੀ। ਜਦੋਂ ਉਸ ਨੂੰ ਸੰਤੁਸ਼ਟਤਾ ਭਰੀ ਚੁੱਪੀ ਦਾ ਸਲੀਕਾ ਆ ਜਾਵੇਗਾ ਤਾਂ ਉਸ ਦੀ ਸ਼ਖਸੀਅਤ ਵਿੱਚੋਂ ਉਤਾਵਲਾਪਨ ਬੱਚੇ ਦੀ ਸਲੇਟ ਉੱਤੋਂ ਬੁਝੇ ਹੋਏ ਸਵਾਲ ਵਾਂਗ ਲੋਪ ਹੋ ਜਾਵੇਗਾ। ਉਸ ਵਿੱਚੋਂ ਭੀੜ ਦੇ ਮੋਢਿਆਂ 'ਤੇ ਚੜ੍ਹ ਕੇ ਉੱਚਾ ਹੋਣ ਦੀ ਲਾਲਸਾ ਅਤੇ ਸਨਮਾਨ ਕਰਾਉਣ ਦੀ ਰੀਝ ਵੱਜ ਜਾਂਦੀ ਹੈ ਅਤੇ ਉਸ ਵਿੱਚ ਇਕੱਲਿਆਂ ਵਿਚਰਨ, ਖੁੱਲ੍ਹੀਆਂ ਪਾਉਣਾ ਅਤੇ ਵਗਦੇ ਪਾਣੀਆਂ ਵਾਂਗ ਸਦਾ ਜਗਾਸੂ ਅਤੇ ਯਾਤਰੂ ਬਣਨ ਦੀ ਇੱਛਾ ਪੀਂਘ ਵਾਂਗ ਹੁਲਾਰਾ ਮਾਰਦੀ ਹੈ। ਮਨੁੱਖ ਨੂੰ ਆਪਣਾ ਆਪ ਸਮਝ ਹੀ ਉਦੋਂ ਆਉਂਦਾ ਹੈ ਜਦੋਂ ਉਹ ਆਪਣੇ ਤੋਂ ਪਾਰ ਵੇਖਦਾ ਹੈ। ਖਿਆਲੀ ਵਿਚਾਰ ਪ੍ਰਕਿਰਤੀ ਤੋਂ ਟੁੱਟੇ ਮਨੁੱਖ ਦਾ ਹੀ ਖੇਤਰ ਹੁੰਦੇ ਹਨ। ਸਾਡਾ ਸਾਰਿਆਂ ਦਾ ਦੂਜਿਆਂ ਨੂੰ ਤੱਕਣ ਅਤੇ ਛੂਹਣ ਦਾ ਢੰਗ ਵੱਖਰਾ ਅਤੇ ਪੱਧਰ ਵੱਖਰੀ ਅਤੇ ਪ੍ਰਭਾਵ ਵੱਖਰਾ ਹੁੰਦਾ ਹੈ। ਮੁੱਖ ਤੌਰ 'ਤੇ ਇਹ ਢੰਗ ਤਰੀਕਾ ਅਸੀਂ ਬਚਪਨ ਵਿੱਚ ਆਪਣੇ ਮਾਪਿਆਂ ਤੋਂ ਪ੍ਰਾਪਤ ਹੋਣ ਵਾਲੇ ਅਜਿਹੇ ਹੀ ਅਨੁਭਵਾਂ ਤੋਂ ਸਿੱਖਦੇ ਹਾਂ। ਦੂਜਿਆਂ ਵੱਲ ਤੱਕਣ ਅਤੇ ਛੂਹਣ ਦੇ ਅਨੁਭਵ ਦੁਨੀਆ ਨਾਲ ਸਾਡੇ ਰਿਸ਼ਤੇ ਦੀ ਪੱਧਰ ਨੂੰ ਨਿਰਧਾਰਤ ਕਰਦੇ ਹਨ। ਕਈ ਲੋਕ ਕਤਲ ਕਰਕੇ ਵੀ ਸਾਬਤੇ ਸਬੂਤੇ ਦਿਸਦੇ ਰਹਿੰਦੇ ਹਨ ਅਤੇ ਕਈ ਅਜਿਹੇ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੇ ਹਨ ਜਿਨ੍ਹਾਂ ਨਾਲ ਵਧੀਕੀ ਦੂਜੇ ਕਰ ਰਹੇ ਹੁੰਦੇ ਹਨ, ਪਰ ਸ਼ਰਮ ਇਹਨਾਂ ਨੂੰ ਆ ਰਹੀ ਹੁੰਦੀ ਹੈ। ਇਹ ਭੁਲੇਖਾ ਹੈ ਕਿ ਮਰੀਜ਼ ਦਵਾਈਆਂ ਨਾਲ ਠੀਕ ਹੁੰਦੇ ਹਨ। ਮਰੀਜ਼ ਡਾਕਟਰਾਂ, ਨਰਸਾਂ ਦੀਆਂ ਤੱਕਣੀ ਅਤੇ ਛੂਹ ਨਾਲ ਠੀਕ ਹੁੰਦੇ ਹਨ। ਜੇ ਡਾਕਟਰ ਦੀ ਨਜ਼ਰ ਵਿੱਚ ਦਰਦ ਹੈ ਅਤੇ ਉਸ ਦੀ ਛੂਹ ਵਿੱਚ ਮਮਤਾ ਹੈ ਤਾਂ ਬੇਇਲਾਜ ਵੀ ਆਰੋਗ ਹੋ ਜਾਂਦੇ ਹਨ। ਨਹੀਂ ਤਾਂ ਮਰੀਜ਼ ਕਹਿੰਦੇ ਸੁਣੇ ਗਏ ਹਨ, ਮੁੱਕ ਗਈ ਕੁੱਲ ਪਹਿਚਾਣ, ਚਲੋ ਸ਼ਮਸ਼ਾਨਾਂ ਨੂੰ ਚੱਲੀਏ। ਸਾਡਾ ਦੂਜਿਆਂ ਨਾਲ ਵਿਹਾਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਆਪ ਬਾਰੇ ਕੀ ਸੋਚਦੇ ਹਾਂ। ਜੇ ਆਪਣੇ ਆਪ ਬਾਰੇ ਸਾਡੀ ਸੋਚ ਉਸਾਰੂ ਅਤੇ ਨਰੋਈ ਹੈ ਤਾਂ ਅਸੀਂ ਘੱਟ ਬੋਲਾਂਗੇ ਅਤੇ ਸਾਡੇ ਵਿੱਚ ਬਹੁਤ ਕੁਝ ਮਾਫ਼ ਕਰਨ ਅਤੇ ਅਣਠਿੱਠ ਕਰਨ ਦੀ ਯੋਗਤਾ ਹੋਵੇਗੀ। ਜੇ ਸਾਡੀ ਆਪਣੇ ਆਪ ਬਾਰੇ ਸੋਚ ਚੰਗੀ ਨਹੀਂ ਤਾਂ ਨਾ ਕੇਵਲ ਅਸੀਂ ਵਧੇਰੇ ਬੋਲਾਂਗੇ, ਸਗੋਂ ਨਿੱਕੀ ਗੱਲ 'ਤੇ ਭੜਕ ਉੱਠਾਂਗੇ। ਗਲਤੀਆਂ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਪਰ ਗਲਤੀਆਂ ਮੰਨਣ ਦੀ ਦਲੇਰੀ ਤਾਂ ਹੀ ਆਵੇਗੀ ਜੇ ਆਪਣੀਆਂ ਨਜ਼ਰਾਂ ਵਿੱਚ ਅਸੀਂ ਆਪ ਉੱਚੇ ਹੋਈਏ। ਸਾਡੇ ਜੀਵਨ ਵਿੱਚ ਜੋ ਕੁਝ ਅਚਨਚੇਤ ਵਾਪਰਦਾ ਹੈ ਉਹ ਨਾ ਹੰਢਣਸਾਰ ਹੁੰਦਾ ਹੈ, ਨਾ ਲਾਭਦਾਇਕ। ਅਚਾਨਕ ਤਾਂ ਭੁਚਾਲ ਹੀ ਆਉਂਦੇ ਹਨ, ਅਚਨਚੇਤ ਤਾਂ ਕਿਸੇ ਦੀ ਮੌਤ ਹੀ ਹੁੰਦੀ ਹੈ। ਕੁਝ ਵੀ ਸਾਮਾ ਸੁਖੇਮਾ ਅਚਨਚੇਤ ਨਹੀਂ ਵਾਪਰਦਾ। ਅਚਨਚੇਤ ਸਹਿਜ ਦਾ ਭੁਲੇਖਾ ਅਤੇ ਪਰਛਾਵਾਂ ਹੁੰਦਾ ਹੈ। ਚੰਗਾ ਉਹੀ ਹੁੰਦਾ ਹੈ ਜਿਹੜਾ ਸਹਿਜ ਢੰਗ ਨਾਲ ਵਾਪਰੇ, ਪਰ ਸਾਡੀ ਪਰਛਾਵਿਆਂ ਦੇ ਪਿੱਛੇ ਜਾਣ ਦੀ ਫਿਰਤੀ ਵੀ ਬੜੀ ਬਲਵਾਨ ਹੈ। ਜਦੋਂ ਇੱਕ ਵਿਅਕਤੀ ਨੇ ਆਪਣੇ ਪਰਛਾਵੇਂ ਬਾਰੇ ਸੋਚਣਾ ਆਰੰਭ ਕੀਤਾ ਤਾਂ ਉਹ ਆਪਣੇ ਆਪ ਤੋਂ ਬਹੁਤ ਦੂਰ ਨਿਕਲ ਗਿਆ। ਪਹਿਲਾਂ ਤਾਂ ਉਸ ਨੂੰ ਐਵੇਂ ਲੱਗਿਆ ਜਿਵੇਂ ਉਸ ਦਾ ਪਰਛਾਵਾਂ ਉਸ ਨਾਲੋਂ ਕੋਈ ਵੱਖਰਾ ਵਿਅਕਤੀ ਹੈ, ਪਰ ਉਸ ਨੂੰ ਇੰਜ ਲੱਗਿਆ ਜਿਵੇਂ ਪਰਛਾਵਾਂ ਉਸ ਦਾ ਦੁਸ਼ਮਣ ਹੈ, ਜਿਹੜਾ ਉਸ ਦੀ ਹਰ ਹਰਕਤ ਨੂੰ ਉਲਟੇ ਢੰਗ ਨਾਲ ਕਰਦਾ ਹੈ। ਉਸ ਨੂੰ ਐਵੇਂ ਲੱਗਿਆ ਜਿਵੇਂ ਪਰਛਾਵਾਂ ਅੱਗੇ ਹੋ ਕੇ ਉਸ ਨੂੰ ਕਹਿ ਰਿਹਾ ਹੈ, ਜਿਵੇਂ ਮੈਂ ਕਰਾਂ ਉਵੇਂ ਤੂੰ ਕਰ। ਜਦੋਂ ਉਹ ਅਜਿਹੀਆਂ ਮਾਨਸਿਕ ਹਾਲਤਾਂ ਵਿੱਚੋਂ ਲੰਘਿਆ ਤਾਂ ਉਸ ਲਈ ਨਿਰਣਾ ਕਰਨਾ ਮੁਸ਼ਕਲ ਹੋ ਗਿਆ ਕਿ ਅਸਲ ਉਹ ਹੈ ਜਾਂ ਪਰਛਾਵਾਂ। ਆਖਰ ਉਸਨੇ ਪਰਛਾਵੇਂ ਸਾਹਮਣੇ ਹਾਰ ਮੰਨ ਲਈ, ਕਿਉਂਕਿ ਉਹ ਥੱਕ ਜਾਂਦਾ ਸੀ। ਉਹ ਪਰਛਾਵਾਂ ਨਹੀਂ ਸੀ ਥੱਕਦਾ। ਕੁਰਸੀ ਉੱਤੇ ਬੈਠਣ ਦੀ ਥਾਂ
ਉਹ ਪਰੇ ਖਲੋ ਕੇ ਟੇਢਾ ਹੁੰਦਾ ਰਹਿੰਦਾ ਤਾਂ ਕਿ ਪਰਛਾਵਾਂ ਕੁਰਸੀ 'ਤੇ ਬਹਿ ਸਕੇ। ਉਸ ਨੂੰ ਆਪ ਬੜੇ ਔਖੇ ਢੰਗ ਨਾਲ ਝੁਕਣਾ ਪੈਂਦਾ ਸੀ ਤਾਂ ਜੋ ਪਰਛਾਵਾਂ ਸੌਂ ਸਕੇ। ਇਵੇਂ ਉਹ ਵਿਅਕਤੀ ਆਪਣੇ ਪਰਛਾਵੇਂ ਦਾ ਪਰਛਾਵਾਂ ਹੋ ਨਿਬੜਿਆ। ਜਿਹੜੇ ਵਿਅਕਤੀ ਆਪਣੇ ਆਪ ਬਾਰੇ ਬਹੁਤ ਅਧਿਕ ਸੁਚੇਤ ਹੋ ਜਾਂਦੇ ਹਨ, ਉਹ ਪਰਛਾਵਿਆਂ ਦੇ ਮਗਰ ਲੱਗ ਕੇ ਆਪ ਔਖੇ ਹੁੰਦੇ ਰਹਿੰਦੇ ਹਨ। ਮੇਰੇ ਇੱਕ ਰਿਸ਼ਤੇਦਾਰ ਹਨ। ਉਹ ਜਦੋਂ ਕਦੇ ਗੇੜਾ ਮਾਰਦੇ ਹਨ, ਸਾਨੂੰ ਰੱਬ ਅੱਗੇ ਅਰਦਾਸ ਕਰਨ ਲਈ ਮਜਬੂਰ ਕਰ ਦਿੰਦੇ ਹਨ। ਉਹ ਗਊ ਦਾ ਹੀ ਦੁੱਧ ਪੀਂਦੇ ਹਨ। ਗਊ ਵੀ ਉਹ ਜੋ ਚਿੱਟੇ ਰੰਗ ਦੀ ਹੋਵੇ। ਦੁੱਧ ਉਹ ਪੀਂਦੇ ਹਨ ਜਿਹੜਾ ਬ੍ਰਾਹਮਣ ਨੇ ਚੋਇਆ ਹੋਵੇ। ਬ੍ਰਾਹਮਣ ਵੀ ਉਹ ਜੋ ਦੁੱਧ ਚੋਣ ਤੋਂ ਪਹਿਲਾਂ ਨਹਾਤਾ ਹੋਵੇ। ਨਹਾਵੇ ਵੀ ਉਸ ਪਾਣੀ ਨਾਲ ਜਿਹੜਾ ਉਸਦੇ ਹੀ ਨਹਾਉਣ ਲਈ ਹੱਥ ਵਾਲੇ ਨਲਕੇ ਨਾਲ ਗੇੜਿਆ ਗਿਆ ਹੋਵੇ। ਉਂਝ ਉਹ ਕਹਿੰਦੇ ਹਨ ਕਿ ਉਹ ਬਹੁਤ ਸਾਦੇ ਅਤੇ ਸੰਤੁਸ਼ਟ ਹਨ। ਉਹ ਗੱਲਾਂ ਵਿਸ਼ਵਾਸ ਦੀਆਂ ਕਰਦੇ ਹਨ ਪਰ ਪ੍ਰਗਟਾਉਂਦੇ ਵਿਸ਼ਵਾਸ ਹਨ। ਵਿਸ਼ਵਾਸ ਵਾਂਗ ਅਵਿਸ਼ਵਾਸ ਦੀ ਭਾਵਨਾ ਵੀ ਸਾਡੇ ਜੀਵਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਅਤੇ ਹੋਰ ਅਨੁਭਵਾਂ ਵਾਂਗ ਇਹ ਅਨੁਭਵ ਵੀ ਸਾਨੂੰ ਬਚਪਨ ਵਿੱਚ ਵੀ ਹੀ ਪ੍ਰਾਪਤ ਹੁੰਦਾ ਹੈ। ਭੁੱਖੇ ਬੱਚੇ ਨੂੰ ਸਮੇਂ ਦੀ ਸੋਝੀ ਨਹੀਂ ਹੁੰਦੀ। ਰੱਜੇ ਹੋਏ ਬੱਚੇ ਕੋਲ ਸਮੇਂ ਦਾ ਪਰਿਪੇਖ ਨਹੀਂ ਹੁੰਦਾ। ਮਾਂ ਦਾ ਬੱਚੇ ਤੋਂ ਦੂਰ ਜਾਣਾ ਉਸ ਬੱਚੇ ਵਿੱਚ ਅਵਿਸ਼ਵਾਸ ਦੀ ਭਾਵਨਾ ਉਪਜਾਉਂਦਾ ਹੈ। ਮਾਂ ਦੀ ਹਾਜ਼ਰੀ ਨਾਲ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਇਵੇਂ ਹੀ ਮਾਂ ਦੀਆਂ ਸਿਖਾਈਆਂ ਗੱਲਾਂ ਤੋਂ ਉਸ ਵਿੱਚ ਅੰਤਮ ਵਿਸ਼ਵਾਸ ਜਾਗਦਾ ਹੈ ਅਤੇ ਮਨ੍ਹਾ ਕੀਤੇ ਕੰਮਾਂ ਨੂੰ ਕਰਕੇ ਸ਼ਰਮ ਅਤੇ ਸ਼ੱਕ ਉਪਜਾਉਂਦਾ ਹੈ। ਅਸੀਂ ਆਪਣੀ ਯੋਗਤਾ ਨੂੰ ਆਪਣੇ ਮਾਪਿਆਂ ਅਤੇ ਨੇੜੇ ਤੇੜੇ ਦੇ ਲੋਕਾਂ ਦੇ ਆਪਣੇ ਪ੍ਰਤੀ ਵਿਹਾਰ ਦੀ ਰੌਸ਼ਨੀ ਵਿੱਚ ਵਧਾਉਂਦੇ ਘਟਾਉਂਦੇ ਹਾਂ। ਇਵੇਂ ਹੀ ਸਾਨੂੰ ਆਲੇ ਦੁਆਲੇ ਤੋਂ ਹੀ ਆਪਣੇ ਪੁਰਸ਼ ਅਤੇ ਇਸਤਰੀ ਹੋਣ ਦੀ ਚੇਤਨਾ ਅਤੇ ਢੁਕਵਾਂ ਵਿਹਾਰ ਕਰਨ ਦੀ ਪ੍ਰੇਰਨਾ ਜਾਂ ਅਢੁਕਵਾਂ ਵਿਹਾਰ ਕਰਨ ਦੀ ਮਨਾਹੀ ਮਿਲਦੀ ਹੈ। ਅਜਿਹੇ ਵਿਹਾਰ ਦੀ ਪ੍ਰਵਾਨਗੀ ਅਤੇ ਅਪਰਵਾਨਗੀ ਦੇ ਸੁੰਦਰਮ ਵਿੱਚ ਹੀ ਅਸੀਂ ਆਪਣੀ ਦੁਨੀਆ ਨੂੰ ਖੋਜਦੇ ਹਾਂ। ਸਮਾਜ ਸਾਡੇ 'ਤੇ ਕਈ ਮਨਾਹੀਆਂ ਅਤੇ ਰੋਕਾਂ ਲਾਉਂਦਾ ਹੈ, ਉੱਥੇ ਕਈ ਪ੍ਰੇਰਨਾਵਾਂ ਵੀ ਦਿੰਦਾ ਹੈ। ਕਈ ਭੁੱਖਾਂ ਨੂੰ ਸ਼ਾਂਤ ਕਰਨਾ ਅਸੀਂ ਇਸ ਲਈ ਮੁਲਤਵੀ ਕਰ ਦਿੰਦੇ ਹਾਂ ਤਾਂ ਕਿ ਅਸੀਂ ਵਧੇਰੇ ਸੰਜੋਗ ਹੋ ਜਾਈਏ। ਮਨੁੱਖ ਨੇ ਆਪਣੀਆਂ ਤਾਂਘਾਂ ਦੀ ਪੂਰਤੀ ਨੂੰ ਮੁਲਤਵੀ ਕਰਕੇ ਹੀ ਸਭਿਅਤਾ ਦਾ ਨਿਰਮਾਣ ਕੀਤਾ ਹੈ। ਜਦੋਂ ਇਹ ਤਾਂਘਾਂ ਪੂਰਤੀ ਲਈ ਸਭ ਤੋਂ ਵੱਧ ਜ਼ੋਰ ਪਾਉਂਦੀਆਂ ਹਨ, ਉਦੋਂ ਹੀ ਅਸੀਂ ਆਪਣੇ ਜੀਵਨ ਦੀ ਨੁਹਾਰ ਸਿਰਜਣੀ ਹੁੰਦੀ ਹੈ। ਜਿਹੜੇ ਸਥਿਤੀ ਉੱਤੇ ਕਾਬੂ ਪਾ ਲੈਂਦੇ ਹਨ, ਉਹ ਅੰਦਰਲੇ ਘੋਲ ਨੂੰ ਸ਼ਕਤੀ ਵਿੱਚ ਬਦਲ ਲੈਂਦੇ ਹਨ ਅਤੇ ਆਪਣੀ ਸ਼ਖਸੀਅਤ ਦਾ ਨਿਰਮਾਣ ਕਰਦੇ ਹਨ। ਜਿਹੜੇ ਕਾਬੂ ਨਹੀਂ ਪਾ ਸਕਦੇ, ਉਹਨਾਂ ਦੇ ਸਰੀਰ ਤਾਂ ਰੱਜ ਜਾਂਦੇ ਹਨ ਪਰ ਮਨ ਨਿਰਬਲ ਹੋ ਜਾਂਦੇ ਹਨ। ਅਪਰੋਤਕ ਘੋਲ ਦੀ ਸਥਿਤੀ ਵਿੱਚ ਸਾਡਾ ਆਪਣਾ ਅੰਦਰਲਾ ਹੀ ਸਾਨੂੰ ਪੁੱਛਦਾ ਹੈ, ਮੈਂ ਕੌਣ ਹਾਂ? ਮਨੁੱਖ ਦਾ ਸਾਰਾ ਜੀਵਨ ਇਸ ਪ੍ਰਸ਼ਨ ਦਾ ਉੱਤਰ ਲੱਭਣ ਵਿੱਚ ਲੱਗ ਜਾਂਦਾ ਹੈ। ਇਸ ਪ੍ਰਸ਼ਨ ਦੇ ਉੱਤਰ ਲਈ ਅਸੀਂ ਕਈ ਵਾਰੀ ਇਕਾਂਤ ਭਾਲਦੇ ਹਾਂ ਅਤੇ ਕਈ ਵਾਰੀ ਕਿਸੇ ਦਾ ਸਾਥ। ਜਿਤਨੀ ਸਿੱਦਕ ਨਾਲ ਸਾਡੇ ਅੰਦਰੋਂ ਇਹ ਪ੍ਰਸ਼ਨ ਪੈਦਾ ਹੁੰਦਾ ਹੋਵੇ, ਉਤਨੀ ਹੀ ਸਿੱਦਕ ਨਾਲ ਅਸੀਂ ਆਲੇ ਦੁਆਲੇ ਨਾਲ ਕਿੱਕਲੀ ਕਲੀਰ ਪਾਵਾਂਗੇ। ਜ਼ਿੰਦਗੀ ਕਈ ਵਾਰੀ ਬੜੇ ਨਿੱਕੇ ਪ੍ਰਸ਼ਨਾਂ ਦੇ ਬੜੇ ਲੰਬੇ ਉੱਤਰ ਮੰਗਦੀ ਹੈ। ਮੇਰੇ ਜੀਵਨ ਦਾ ਉਦੇਸ਼ ਕੀ ਹੈ? ਜਿਹਾ ਪ੍ਰਸ਼ਨ ਹਰ ਕਿਸੇ ਦੇ ਅੱਗੇ ਉੱਭਰਦਾ ਹੈ। ਕਈ ਉੱਤਰ ਦੇਣ ਦਾ ਸਾਹਸ ਕਰਦੇ ਹਨ
ਪਰ ਕਈ ਵੱਖ-ਵੱਖ ਢੰਗਾਂ ਨਾਲ ਜ਼ਿੰਦਗੀ ਤੋਂ ਭਗੌੜੇ ਅਤੇ ਗੈਰ ਹਾਜ਼ਰ ਹੋ ਜਾਂਦੇ ਹਨ। ਬਾਹਰਲੇ ਜਗਤ ਨਾਲ ਸਾਡੇ ਸੰਬੰਧਾਂ ਦੀ ਕਿਸਮ ਸਾਡੀ ਆਪਣੇ ਮਾਪਿਆਂ ਨਾਲ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ। ਸੰਬੰਧਾਂ ਦੇ ਪੱਖੋਂ ਜਦੋਂ ਅਸੀਂ ਸਮਾਜ ਦੀ ਆਸ 'ਤੇ ਪੂਰੇ ਨਹੀਂ ਉਤਰਦੇ ਤਾਂ ਜਾਂ ਅਸੀਂ ਆਪਣੀ ਜੇਲ੍ਹ ਆਪ ਸਿਰਜ ਲੈਂਦੇ ਹਾਂ ਜਾਂ ਦੂਜਿਆਂ ਦੀ ਬਣਾਈ ਜੇਲ੍ਹ ਵਿੱਚ ਪਹੁੰਚ ਜਾਂਦੇ ਹਾਂ। ਬੱਚੇ ਭਾਵੇਂ ਨਾ ਸਮਝਣ, ਵੱਡਿਆਂ ਨੂੰ ਸਦਾ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਧਰਤੀ ਉੱਤੇ ਕੁਝ ਅਰਸਾ ਰਹਿਣ ਵਾਲੇ ਪ੍ਰਾਹੁਣੇ ਹਾਂ। ਇਸ ਅਹਿਸਾਸ ਨਾਲ ਆਮ ਕਰਕੇ ਅਸੀਂ ਦੂਜਿਆਂ ਨਾਲ ਆਪਣੇ ਸੰਬੰਧਾਂ ਨੂੰ ਸਾਵਾਂ ਸੁਖਾਵਾਂ ਬਣਾਉਂਦੇ ਹਾਂ। ਜਿਨ੍ਹਾਂ ਨਾਲ ਸਾਡੇ ਸੰਬੰਧ ਚੰਗੇ ਹੁੰਦੇ ਹਨ ਉਹਨਾਂ ਨਾਲ ਸਹਿਮਤ ਹੋਣਾ ਸੁਖਾਲਾ ਹੁੰਦਾ ਹੈ, ਪਰ ਦੂਜਿਆਂ ਨਾਲ ਸੰਬੰਧ ਦੇ ਆਧਾਰ 'ਤੇ ਹੀ ਅਸੀਂ ਆਪਣੇ ਆਪ ਨੂੰ ਪ੍ਰਵਾਨ ਜਾਂ ਅਪ੍ਰਵਾਨ ਕਰਕੇ ਸੌਖੇ ਜਾਂ ਔਖੇ ਅਨੁਭਵ ਕਰਦੇ ਹਾਂ। ਹਰ ਇੱਕ ਵਿਅਕਤੀ ਦਾ ਆਪਣਾ ਤਾਪਮਾਨ ਹੁੰਦਾ ਹੈ। ਇਹ ਤਾਪਮਾਨ ਸਾਡੀ ਸੋਚ, ਸਾਡੀ ਪਹੁੰਚ, ਸਾਡੇ ਹੌਸਲੇ, ਸਾਡੇ ਜੋਸ਼ ਨੂੰ ਨਿਰਧਾਰਿਤ ਕਰਦਾ ਹੈ। ਇਹ ਹੀ ਮੌਤ ਸੰਬੰਧੀ ਸਾਡੇ ਦ੍ਰਿਸ਼ਟੀਕੋਣ ਨੂੰ ਨਿਰਧਾਰਿਤ ਕਰਦਾ ਹੈ। ਘੱਟ ਤਾਪਮਾਨ ਵਾਲੇ ਵਿਅਕਤੀ ਮੌਤ ਨੂੰ ਇੱਕ ਬੇਇੱਜ਼ਤੀ ਦੇ ਰੂਪ ਵਿੱਚ ਰੂਪਮਾਨ ਕਰਦੇ ਹਨ ਅਤੇ ਉਹ ਇਸ ਤੋਂ ਬਚਣ ਦਾ ਉਪਰਾਲਾ ਕਰਦੇ ਹਨ। ਜਿਨ੍ਹਾਂ ਦਾ ਤਾਪਮਾਨ ਠੀਕ ਹੁੰਦਾ ਹੈ ਉਹ ਮੌਤ ਦੀ ਅਟਲਤਾ ਦੇ ਸੁੰਦਰਮ ਵਿੱਚ ਹੀ ਆਪਣੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਚੌਖਟਾ ਨਿਰਧਾਰਿਤ ਕਰਦੇ ਹਨ। ਤੁਸੀਂ ਵੇਖਿਆ ਹੋਵੇਗਾ ਕਿ ਕਈ ਵਿਅਕਤੀ ਮੌਤ ਸੰਬੰਧੀ ਬੜੇ ਧੀਰਜ ਨਾਲ ਅਤੇ ਬੜੇ ਉਸਾਰੂ ਢੰਗ ਨਾਲ ਗੱਲਾਂ ਕਰਦੇ ਹਨ, ਪਰ ਮੌਤ ਦੇ ਨੇੜੇ ਕਈ ਆਪਣਿਆਂ ਨੂੰ ਦੂਜਿਆਂ ਦੇ ਸਾਥ ਵਿੱਚ ਵੀ ਇਕੱਲੇ ਅਤੇ ਗੁਆਚੇ ਹੋਏ ਅਨੁਭਵ ਕਰਦੇ ਹਨ। ਕਈ ਗੁੱਸੇ ਹੋ ਜਾਂਦੇ ਹਨ ਅਤੇ ਪੁੱਛਦੇ ਹਨ, ਮੈਂ ਕਿਉਂ ਮਰ ਰਿਹਾ ਹਾਂ। ਕਈ ਰੱਬ ਨਾਲ ਸੌਦਾ ਕਰਦੇ ਹਨ, ਜੇ ਇਸ ਵਾਰੀ ਬਚ ਗਿਆ ਤਾਂ ਬਾਕੀ ਉਮਰ ਪੂਜਾ ਪਾਠ ਵਿੱਚ ਲਗਾਵਾਂਗਾ। ਕਈ ਪਿੱਛੇ ਰਹਿਣ ਵਾਲਿਆਂ ਸੰਬੰਧੀ ਫਿਕਰ ਕਰਕੇ ਉਦਾਸ ਹੋ ਜਾਂਦੇ ਹਨ। ਕਈ ਸੁੰਨ ਮਸਾਨ ਬਣ ਜਾਂਦੇ ਹਨ। ਉਹ ਆਪਣੇ ਮਨ ਨੂੰ ਖੋਲ੍ਹਦੇ ਹੀ ਨਹੀਂ। ਕਈ ਮੌਤ ਬਾਰੇ ਇੰਝ ਸੋਚਦੇ ਹਨ ਜਿਵੇਂ ਕੋਈ ਭਾਰੀ ਜੁਰਮਾਨਾ ਦੇਣ ਦਾ ਹੁਕਮ ਆ ਗਿਆ ਹੋਵੇ ਅਤੇ ਜਿਸ ਨੂੰ ਟਾਲਿਆ ਨਾ ਜਾ ਸਕਦਾ ਹੋਵੇ। ਮੌਤ ਦੇ ਨੇੜੇ ਪਹੁੰਚੇ ਮਨੁੱਖ ਦੀ ਸੋਚ ਵਿੱਚ ਆਪਣੇ ਬਚਪਨ ਦੇ ਦੂਰ ਅਤੀਤ ਦੀਆਂ ਸਾਰੀਆਂ ਯਾਦਾਂ ਵਧੇਰੇ ਸਪਸ਼ਟ ਹੋ ਜਾਂਦੀਆਂ ਹਨ, ਜਦੋਂ ਕਿ ਇੱਕ ਦਿਨ ਪਹਿਲਾਂ ਵਾਲੀ ਗੱਲ ਵੀ ਉਸ ਨੂੰ ਯਾਦ ਨਹੀਂ ਰਹਿੰਦੀ। ਵੇਖਿਆ ਗਿਆ ਹੈ ਕਿ ਅਸੀਂ ਜੀਵਨ ਵਿੱਚ ਜੋ ਕੁਝ ਸਭ ਤੋਂ ਮਗਰੋਂ ਸਿੱਖਦੇ ਸੁਣਦੇ ਹਾਂ ਉਹ ਸਭ ਤੋਂ ਪਹਿਲਾਂ ਭੁੱਲਦੇ ਹਾਂ। ਸਾਡੇ ਸੰਬੰਧਾਂ ਵਿੱਚ ਤਣਾਅ ਅਤੇ ਟਕਰਾਓ ਆਉਣਾ ਸੁਭਾਵਿਕ ਹੁੰਦਾ ਹੈ। ਜਿੱਥੇ ਕਿਧਰੇ ਵੀ ਸੋਚਣ ਅਤੇ ਫੈਸਲਾ ਕਰਨ ਦੀ ਲੋੜ ਪਵੇਗੀ, ਉੱਥੇ ਕੋਈ ਨਾ ਕੋਈ ਵਿਅਕਤੀ ਵਿਰੋਧੀ ਸਥਿਤੀ ਵਿੱਚ ਵਿਚਰਨ ਲਈ ਮਜਬੂਰ ਹੋਵੇਗਾ ਅਤੇ ਮਜਬੂਰ ਕਰੇਗਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਹਰ ਵਿਵਹਾਰ ਅਤੇ ਨਿਰਣਾ ਕਿਸੇ ਹੋਰ ਦੇ ਵਿਵਹਾਰ ਅਤੇ ਨਿਰਣੇ ਪ੍ਰਤੀ ਵਿਰੋਧ ਜਾਂ ਪੱਖ ਵਾਲਾ ਪੈਂਤੜਾ ਹੁੰਦਾ ਹੈ। ਇਹ ਤਣਾਅ ਅਤੇ ਵਿਰੋਧ ਜੀਵਨ ਨੂੰ ਕਸੀ ਰੱਖਣ ਲਈ ਲੋੜੀਂਦੇ ਹੁੰਦੇ ਹਨ, ਨਹੀਂ ਤਾਂ ਜੀਵਨ ਢਿੱਲੀ ਢੋਲਕੀ ਵਾਂਗ ਹੋ ਜਾਵੇਗਾ। ਤਣਾਅ ਅਤੇ ਟਕਰਾਓ ਦੇ ਮੁੱਕ ਜਾਣ ਨਾਲ ਅਸੀਂ ਮਨ ਅਤੇ ਸਰੀਰ ਦੋਹੇ ਪੱਖਾਂ ਤੋਂ ਢਿੱਲੇ ਅਤੇ ਨਿਰਬਲ ਹੋ ਜਾਂਦੇ ਹਾਂ। ਸੰਤ ਮਹਾਤਮਾਵਾਂ ਆਦਿ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨਾਲ ਤਣਾਅ ਅਤੇ ਟਕਰਾਓ ਚੱਲਦਾ ਰਹਿੰਦਾ ਹੈ। ਤਣਾਅ ਅਤੇ ਟਕਰਾਓ ਤੋਂ ਖਾਲੀ ਸਾਡਾ ਮਨ ਟਿਕਾਊ ਵਿੱਚ ਨਹੀਂ ਆਉਂਦਾ, ਸਗੋਂ ਖਿੰਡ ਜਾਂਦਾ ਹੈ।
ਜਿਸ ਨੂੰ ਅਸੀਂ ਸ਼ਾਂਤ ਮਨ ਦੀ ਅਵਸਥਾ ਵੀ ਕਹਿੰਦੇ ਹਾਂ, ਉਹ ਵਾਸਤਵ ਵਿੱਚ ਤਣਾਅ ਦਾ ਲਹਿੰਦਾ ਪਾਸਾ ਹੁੰਦੀ ਹੈ। ਸੰਭੋਗ ਸਮੇਂ ਸਰੀਰਕ ਤਣਾਅ ਜਿਤਨਾ ਵਧੇਰੇ ਹੋਵੇਗਾ, ਉਤਨਾ ਹੀ ਸੰਭੋਗ ਉਪਰੰਤ ਉਹ ਭਾਵਕ ਪੱਖੋਂ ਤਣਾਅ ਮੁਕਤ ਹੋਣ ਵਿੱਚ ਸਹਾਇਕ ਹੋਵੇਗਾ। ਲੰਮੇ ਸਮੁੰਦਰੀ ਸਫ਼ਰ ਉੱਤੇ ਨਿਕਲੇ ਵਿਅਕਤੀ ਉਦਾਸ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਨਿਰੰਤਰ ਤਣਾਅ ਮੁਕਤ ਸਥਿਤੀ ਵਿੱਚ ਵਿਚਰਨਾ ਪੈਂਦਾ ਹੈ। ਜਿਹੜੇ ਤਣਾਅ ਦਾ ਸੁਖਾਵਾਂ ਸਮਾਧਾਨ ਨਾ ਹੋਵੇ ਤਾਂ ਉਸ ਦਾ ਸਮਾਧਾਨ ਜੰਗ, ਝਗੜੇ, ਮੁਕਾਬਲੇ ਜਾਂ ਦੰਗੇ ਵਿੱਚ ਹੁੰਦਾ ਹੈ। ਵਪਾਰ ਦੋਹਾਂ ਧਿਰਾਂ ਨਾਲੋਂ ਤਣਾਅ ਦਾ ਲੈਣ ਦੇਣ ਰਾਹੀਂ ਕੀਤਾ ਸਮਾਧਾਨ ਹੁੰਦਾ ਹੈ। ਤਲਾਕ ਲੈਣਾ ਸਮਝੌਤੇ ਵੱਲੋਂ ਤਣਾਅ ਵੱਲ ਵਧਣ ਦੀ ਕਿਰਿਆ ਹੁੰਦੀ ਹੈ। ਸਮਾਜ ਦਾ ਯਤਨ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਨਾਲ ਤਣਾਅ ਦਾ ਸਮਾਧਾਨ ਹੋਵੇ ਅਤੇ ਇਸ ਉਪਦੇਸ਼ ਲਈ ਸਮਾਜਿਕ ਉਪਦੇਸ਼ਾਂ, ਰਿਸ਼ਤਾ ਨਾਤਾਂ ਪ੍ਰਬੰਧਾਂ, ਰਸਮਾਂ ਰਿਵਾਜਾਂ, ਮੇਲਿਆਂ ਤਿਉਹਾਰਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਪਰੰਪਰਾਗਤ ਸਮਾਜਾਂ ਵਿੱਚ ਪਰਿਵਰਤਨ ਵਾਪਰਦਾ ਹੈ ਅਤੇ ਤਣਾਅ ਅਤੇ ਟਕਰਾਓ ਵੱਧਦਾ ਹੈ, ਇਸ ਸਥਿਤੀ ਵਿੱਚ ਉਪਜੀ ਅਥਾਹ ਸ਼ਕਤੀ ਦੀ ਜੇ ਉਸਾਰੂ ਵਰਤੋਂ ਨਾ ਕੀਤੀ ਜਾਵੇ ਤਾਂ ਵਿਨਾਸ਼ਕਾਰੀ ਕਾਰਜ ਵੱਧ ਜਾਂਦੇ ਹਨ। ਮਨੁੱਖ ਕਿਸੇ ਅਜਿਹੇ ਸਮਾਜ ਦੀ ਸਿਰਜਣਾ ਨਹੀਂ ਕਰ ਸਕੇਗਾ ਜਿਹੜਾ ਪੂਰਨ ਭਾਂਤ ਤਣਾਅ ਮੁਕਤ ਹੋਵੇ। ਤਣਾਅ ਵਿੱਚ ਵੀ ਸਹਿਜ ਅਵਸਥਾ ਹੁੰਦੀ ਹੈ, ਜਿਹੜੀ ਲੰਮੇ ਅਭਿਆਸ ਨਾਲ ਨਿਪੁੰਨ ਤੈਰਾਕ ਵਾਂਗ ਹਰ ਕਿਸੇ ਨੂੰ ਪ੍ਰਾਪਤ ਹੋ ਸਕਦੀ ਹੈ। ਸਾਡੀ ਕੋਈ ਵੀ ਅਵਸਥਾ ਅਸੀਮ ਨਹੀਂ ਹੁੰਦੀ। ਸਾਡੀ ਯੋਗਤਾ, ਸਾਡੇ ਸੰਦ, ਸਾਡੇ ਉਦੇਸ਼ ਆਦਿ ਸਾਡੀ ਸਮੱਸਿਆ ਨੂੰ ਨਿਰਧਾਰਿਤ ਕਰਦੇ ਹਨ। ਸਾਡੀ ਸੋਚ ਅਤੇ ਕਲਪਨਾ ਵੀ ਇੱਕ ਸੀਮਾ ਤੋਂ ਅੱਗੇ ਨਹੀਂ ਜਾ ਸਕਦੀਆਂ। ਇਸ ਸਮਰੱਥਾ ਅਧੀਨ ਹੀ ਮਨੁੱਖ ਆਪਣੇ ਜਿਉਂਦੇ ਰਹਿਣ ਦੇ ਉਪਦੇਸ਼ ਮਿਥਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਹੀ ਹਰ ਖੇਤਰ ਵਿੱਚ ਮਨੁੱਖ ਦੀ ਸਮਰੱਥਾ ਵਧੀ ਹੈ। ਅਜੋਕੇ ਮਨੁੱਖ ਦੀ ਉਮਰ ਲੰਮੀ ਹੋਈ ਹੈ। ਉਸ ਦਾ ਆਉਣ ਜਾਣ ਤੇਜ਼ ਅਤੇ ਸੌਖਾ ਹੋਇਆ ਹੈ। ਉਹ ਹਰ ਵਸਤ ਨੂੰ ਆਪ ਬਣਾਉਣ ਦੀ ਮਜਬੂਰੀ ਤੋਂ ਮੁਕਤ ਹੋਇਆ ਹੈ, ਪਰ ਇਸ ਦੇ ਨਾਲ ਹੀ ਉਸ ਦੇ ਰੁਝੇਵੇਂ ਵੱਧ ਗਏ ਹਨ। ਹੁਣ ਉਹ ਵਧੇਰੇ ਵਸਤਾਂ ਖਰੀਦਦਾ ਹੈ। ਉਸ ਦਾ ਆਉਣ ਜਾਣ ਵੱਧ ਗਿਆ ਹੈ। ਉਸ ਦੀ ਨੀਂਦਰ ਦੇ ਘੰਟੇ ਘਟ ਗਏ ਹਨ। ਉਸ ਦਾ ਸਮਾਂ ਤੇਜ਼ੀ ਨਾਲ ਗੁਜ਼ਰਦਾ ਹੈ। ਬਹੁਤਾ ਕੁਝ ਸਸਤਾ ਅਤੇ ਸੌਖਾ ਹੋ ਗਿਆ ਹੈ, ਪਰ ਸਮੁੱਚਾ ਜੀਵਨ ਬੜਾ ਗੁੰਝਲਦਾਰ ਹੋ ਗਿਆ ਹੈ। ਪਹਿਲਾਂ ਸਾਡਾ ਜੀਵਨ ਕਿਸਮਤ ਦੇ ਅਧੀਨ ਸੀ, ਹੁਣ ਰਾਜਨੀਤੀ ਦੇ ਅਧੀਨ ਹੈ। ਪਹਿਲਾਂ ਸਰੀਰਕ ਸੁੱਖ ਘੱਟ ਸਨ, ਪਰ ਸਾਡਾ ਅੰਦਰਲਾ ਸ਼ਾਂਤ ਸੀ। ਹੁਣ ਸਰੀਰਕ ਸੁੱਖ ਭਾਵੇਂ ਵੱਧ ਗਏ ਹਨ, ਪਰ ਉਦਾਸੀ ਅਤੇ ਉਪਰਾਮਤਾ ਵੀ ਵੱਧ ਗਈ ਹੈ, ਪਰ ਸਾਡਾ ਅੰਦਰਲਾ ਬਰਲਾਪ ਕਰ ਰਿਹਾ ਹੈ। ਵਿਗਿਆਨ ਨੇ ਸਾਡੀ ਸ਼ਕਤੀ ਵਧਾ ਦਿੱਤੀ ਹੈ, ਪਰ ਆਪਣੇ ਆਪ ਵਿੱਚ ਸਾਡਾ ਵਿਸ਼ਵਾਸ ਘਟਾ ਦਿੱਤਾ ਹੈ। ਸਾਡਾ ਆਲਾ ਦੁਆਲਾ ਵਿਸ਼ਾਲ ਹੋ ਗਿਆ ਹੈ, ਪਰ ਆਲੇ ਦੁਆਲੇ ਨਾਲ ਸਾਡੇ ਸੰਬੰਧ ਟੁੱਟ ਗਏ ਹਨ। ਸ਼ਾਇਦ ਇਸੇ ਨੂੰ ਪਰਿਵਰਤਨ ਅਤੇ ਵਿਕਾਸ ਕਹਿੰਦੇ ਹਨ। ਸ਼ਾਇਦ ਇਸ ਨੂੰ ਨਵਾਂ ਅਨੁਭਵ ਕਿਹਾ ਜਾਂਦਾ ਹੈ। ਧੰਨਵਾਦ।